भ्रष्टाचारी आईएएस अफसर जेल भेजो सरकार ਦੇ ਦਬਾਅ ਪਾਓ ਆਈਐਐਸ ਅਫਸਰ ਮੁਰਦਾਬਾਦ ਵਿਜੀਲੈਂਸ ਭਵਨ ਵਿੱਚ ਬੈਠੇ ਇੱਕ ਬੰਦੇ ਬਾਰੇ ਇਹ ਗੱਲ ਕਰ ਰਹੇ ਹਾਂ ਅਸੀਂ। ਸਰਕਾਰ ਬਿਲਕੁਲ ਕਰਪਟ ਹੈ, ਸਰਕਾਰ ਬਿਲਕੁਲ ਮਾੜੀ ਹੈ, ਸਰਕਾਰ ਇਸ ਤੋਂ ਘਟੀਆ ਆ ਹੀ ਨਹੀਂ ਸਕਦੀ। ਚੰਗੇ ਉਹਨਾਂ ਨੂੰ ਸਾਬਤ ਚੰਗਾ ਕਰਨ ਲੱਗੀ ਹੋਈ ਹੈ ਇਹ ਸਰਕਾਰ ਇਹ ਜੀ ਹੈ। ਪਰ ਇੱਕ ਇੰਡੀਵਿਜੂਅਲ ਪਰਸਨ ਇਸ ਜਗ੍ਹਾ ਵਿੱਚ ਬੈਠਾ ਹੈ ਜਿਹਦੇ ਕਰਕੇ ਇਹਦੇ ਚੋਂ ਇਸ ਬਿਲਡਿੰਗ 'ਚੋਂ ਖੁਸ਼ਬੂ ਆ ਰਹੀ ਹੈ ਥੋੜ੍ਹੀ ਜਿਹੀ। ਵੀ ਤਾਂ ਇੱਥੇ ਵੀ ਬਦਬੂ ਆਉਂਦੀ ਸੀ, ਇਸ ਤੋਂ ਪਹਿਲਾਂ ਇੱਥੇ ਇੱਕ BK ਉੱਪਰ ਬੈਠਾ ਹੁੰਦਾ ਸੀ, ਮੁਸ਼ਕ ਮਾਰਦਾ ਹੁੰਦਾ, ਇੱਥੇ ਨਹੀਂ ਖੜਿਆ ਜਾਂਦਾ ਹੁੰਦਾ ਸੀ। ਤਾਂ ਇੱਕ ਸੱਜਣ ਇੱਥੇ ਅੰਦਰ ਬੈਠਾ ਹੈ, ਉਹਦੇ ਕਰਕੇ ਆਏ ਆ, ਉਹਦੀ ਗੱਲ ਕਰਕੇ ਆਏ ਕਿ ਮੈਂ ਸਾਨੂੰ ਪਤਾ ਜਿਹੜਾ ਇਹ ਹਮਲਾ ਹੋਇਆ IAS ਵਾਲਾ, ਉਹਦੇ ਵਿੱਚ ਇਹਨੂੰ ਬਦਲਣਗੇ। ਫਿਰ ਇਹਨਾਂ ਨੇ ਉਹ ਦਿੱਤੇ ਅੰਦਰ ਪਹਿਲਾਂ ਜਿਹੜੇ ਪੋਲੀਟੀਸ਼ਨ ਮੰਤਰੀ ਉਹ ਠੀਕ ਹੈ, ਉਹ ਤਾਂ ਇਹਨਾਂ ਨੇ ਕੁੱਤੇ ਪਾਲੇ ਹੋਏ ਆ ਬਿਊਰੋਕਰੇਟਾਂ ਨੂੰ, ਉਹਨਾਂ ਦੀ ਕੋਈ ਜ਼ਿਆਦਾ ਵੈਲਿਊ ਨਹੀਂ। ਹੁਣ ਸੇਕ ਇਹਨਾਂ ਦੇ ਆਪਣੇ ਦੇ ਆਇਆ, ਠੀਕ ਹੈ। ਹੁਣ ਇਹਨਾਂ ਦਾ ਇੱਕ ਚੂਚਾ ਬੱਚੀ ਹੈ ਨਾ ਜੇ ਅਜੇ ਪੈਦਾ ਹੋ ਰਹੀ ਹੈ, ਇਹਨੂੰ ਕਰਪਸ਼ਨਾਂ ਤਾਂ ਵੱਡੀਆਂ ਕਰ ਰਹੀਆਂ ਜਾ ਕੇ ਅੱਗੇ, ਠੀਕ ਹੈ। ਉਹਦੇ ਤੇ ਹੁਣ ਸੇਕ ਆਇਆ, ਤੇ ਉਹਨੂੰ ਬਚਾਉਣ ਵਾਸਤੇ ਜਿਹੜੇ ਆਪਣੇ ਪਾਲਤੂ ਜਿਹੜੇ ਪਟੇ ਪਾਏ ਆ PCS ਅਫਸਰਾਂ ਨੇ, ਉਹਦੀ ਡਿਊਟੀ ਲਾਈ ਹੈ, ਠੀਕ ਹੈ। ਵੀ ਤੁਸੀਂ ਵੀ ਰੌਲਾ ਪਾਓ ਕਿਉਂਕਿ IAS ਅਫਸਰ ਵੀ ਫਸਿਆ। ਇੱਕ ਮਤਲਬ 100 ਚੋਂ ਇੱਕ ਪੈਸੇ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਕ ਉਹ ਵੀ ਇੰਡੀਵਿਜੂਅਲ ਅਫਸਰ ਦੇ ਕਰਕੇ ਜਿਹੜੀ ਹੈਗੀ ਹੈ। ਇਹ ਪਹਿਲੀ ਵਾਰੀ ਹੋਊਗਾ ਕਿ ਕਿਤੇ ਪੁਲਿਸ ਦੇ ਕਿਸੇ ਅਦਾਰੇ ਦੇ ਸਾਹਮਣੇ ਖੜ੍ਹ ਕੇ ਉਹਦੇ ਬਾਰੇ ਚੰਗਾ ਕਿਹਾ ਜਾਣਾ, ਨਹੀਂ ਤਾਂ ਅਸੀਂ ਮੁਰਦਾਬਾਦ ਕਰਨੇ ਆਉਂਦੇ ਰਹੇ ਦੁਨੀਆ, ਅਸੀਂ ਤਾਂ ਆਪ ਸੁਣਦੇ ਰਹੇ। ਬਹੁਤ ਸ਼ੱਕ ਹੈ ਕਿ ਲੰਬਾ ਸਮਾਂ ਤੱਕ ਇਸ ਅਫਸਰ ਨੂੰ ਇਸ ਸੀਟ 'ਤੇ ਕੰਮ ਕਰਨ ਦਿੱਤਾ ਜਾਊਗਾ ਜਾਂ ਨਹੀਂ ਦਿੱਤਾ ਜਾਊਗਾ, ਜਿਹਦੀ ਤਾਜ਼ੀ ਮਿਸਾਲ ਹਰਪ੍ਰੀਤ ਸਿੰਘ ਸਿੱਧੂ ਹੈ, ਜਿਹਨੂੰ ਸਟੇਟ ਦਾ DGP ਲਾਇਆ ਹੁੰਦਾ ਅੱਜ ਡਰੱਗ ਦੇ ਮਾਮਲੇ 'ਚ ਬਹੁਤ ਕੁਝ ਠੀਕ ਹੋਣਾ ਸੀ। ਮੈਂ ਕਹਿੰਦਾ ਸਭ ਕੁਝ ਠੀਕ ਹੋ ਸਕਦਾ ਸੀਗਾ। ਜੇਲ੍ਹ ਡਿਪਾਰਟਮੈਂਟ ਹੁਣ ਭਗਵੰਤ ਮਾਨ ਨੇ ਆਪਣੇ ਕੋਲ ਰੱਖਿਆ, ਠੀਕ ਹੈ। ਦੇਖ ਲੈਂਦੇ ਕੀ ਕਰਦਾ ਇਹ। ਕੁਮਰ ਵਿਜੇ ਪ੍ਰਤਾਪ ਬਾਰੇ ਮੈਂ ਅੱਗੇ ਵੀ ਕਈ ਗੱਲਾਂ ਕਿਹਾ ਵੀ ਉਹਨੂੰ ਕਹਿ ਚੈੱਕ ਕਰਕੇ ਦੇਖ ਲਵੇ, ਮੰਤਰੀ ਨਾ ਬਣਾਵੇ, ਜੇਲ੍ਹ ਡਿਪਾਰਟਮੈਂਟ ਨਾਲ ਅਟੈਚ ਕਰ ਲਵੇ, ਨਾਲੇ ਤਾਂ ਉਹਦਾ ਪਤਾ ਲੱਗ ਜੂਗਾ ਉਹਦੇ ਪੱਲੇ ਕੁਝ ਹੈ ਕਿ ਨਹੀਂ। ਹਾਲਾਂਕਿ 100% ਫੇਲਰ ਹੋਊਗੀ, ਐਜ ਏ ਪੋਲੀਟੀਸ਼ਨ ਉਹ ਫੇਲ ਹੈਗਾ, ਠੀਕ ਹੈ। ਉਹਨੂੰ ਬਿਲਕੁਲ IG ਸੀਗਾ, ਉਹਨੇ DGP ਬਣਨਾ ਸੀ। ਐਡੀ ਵੱਡੀ ਚੀਜ਼ ਛੱਡ ਕੇ ਜਾ ਕੇ ਅੱਜ 9 ਮਹੀਨੇ ਦਾ ਕਿਹਦੀ ਮਤਲਬ ਉਹ ਗੁਲਾਮੀ ਕਰ ਰਿਹਾ ਕੇਜਰੀਵਾਲ ਦੀ। ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋ, ਮੈਂ ਹਾਂ ਤੁਹਾਡੇ ਨਾਲ ਜਗਸੀਰ ਸਿੰਘ। ਮੋਹਾਲੀ ਵਿਜੀਲੈਂਸ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਹੋ ਰਿਹਾ ਸੀ, ਜੋ ਕਿ IAS ਅਧਿਕਾਰੀ PCS ਜੋ ਕਿ ਮੁੱਖ ਮੰਤਰੀ ਪੰਜਾਬ ਦੇ ਨਾਲ ਮੁਲਾਕਾਤ ਕਰਦੇ ਨੇ ਕਿ ਜਿਹੜੇ ਨਿਲਮਾਂ ਨੇ ਉਹਨਾਂ ਦੇ ਉੱਤੇ ਭ੍ਰਿਸ਼ਟ ਦੇ ਜਿਹੜੇ ਇਲਜ਼ਾਮ ਲੱਗਦੇ ਨੇ, ਉਹਨਾਂ ਨੂੰ ਜਿਹੜੇ ਨੇ ਕਾਰਵਾਈ ਨਾ ਕਰਵਾਉਣ ਦੇ ਜਿਹੜੇ ਹੁਕਮ ਵੀ ਦਿੰਦੇ ਨੇ ਕਿ ਉਹਨਾਂ ਦੇ ਉੱਤੇ ਇਹ ਕਾਰਵਾਈ ਨਾ ਹੋਵੇ, ਉਹਨਾਂ ਨੂੰ ਜਿਹੜਾ ਸਾਫ਼ ਕੀਤਾ ਜਾਵੇ। ਸਾਡੇ ਨਾਲ DSP ਬਲਵਿੰਦਰ ਸਿੰਘ ਸੇਖੋਂ ਨੇ ਸਾਬਕਾ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਖਾਸ ਤੌਰ 'ਤੇ ਸਰਕਾਰ ਦਾ ਵੀ ਇੱਕ ਜੋ ਚੰਗਾ ਸੁਨੇਹਾ, ਕਿਉਂਕਿ ਸਰਕਾਰ ਦੇ ਨਾਲ ਕਿਉਂਕਿ ਅਕਸਰ ਇਹ ਬੋਲਦੇ ਰਹਿੰਦੇ ਨੇ, ਅਜਿਹੀਆਂ ਆਵਾਜ਼ਾਂ ਚੁੱਕਦੇ ਰਹਿੰਦੇ ਨੇ, ਪਰ ਅੱਜ ਸਰਕਾਰ ਦੀ ਤਾਰੀਫ ਕਰਦੇ ਨੇ। ਸੇਖੋਂ ਸਾਹਿਬ, ਅੱਜ ਸਰਕਾਰ ਦੀ ਤਾਰੀਫ ਹੋ ਰਹੀ ਹੈ ਵਿਜੀਲੈਂਸ ਭਵਨ ਦੇ ਬਾਹਰ, ਤਾਂ ਜਿਹੜੇ ਅਧਿਕਾਰੀ ਨੇ IAS ਅਧਿਕਾਰੀ ਹੋ ਗਏ, ਉਹ ਭ੍ਰਿਸ਼ਟ ਇੱਕ ਸ਼ਬਦ ਲਿਖਿਆ ਹੋਇਆ, ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਤੁਸੀਂ ਖਾਸ ਤੌਰ 'ਤੇ ਤਾਂ ਪੰਜਾਬ ਸਰਕਾਰ ਦੇ ਵਿੱਚ ਹੀ ਕੰਮ ਕੀਤਾ ਕਾਫੀ ਸਮਾਂ। ਵਿਜੀਲੈਂਸ ਭਵਨ ਵਿੱਚ ਬੈਠੇ ਇੱਕ ਬੰਦੇ ਬਾਰੇ ਇਹ ਗੱਲ ਕਰ ਰਹੇ ਹਾਂ ਅਸੀਂ। ਸਰਕਾਰ ਬਿਲਕੁਲ ਕਰਪਟ ਹੈ, ਸਰਕਾਰ ਬਿਲਕੁਲ ਮਾੜੀ ਹੈ, ਸਰਕਾਰ ਇਸ ਤੋਂ ਘਟੀਆ ਆ ਹੀ ਨਹੀਂ ਸਕਦੀ। ਚੰਗੇ ਉਹਨਾਂ ਨੂੰ ਸਾਬਤ ਚੰਗਾ ਕਰਨ ਲੱਗੀ ਹੋਈ ਹੈ ਇਹ ਸਰਕਾਰ ਇਹ ਜੀ ਹੈ। ਪਰ ਇੱਕ ਇੰਡੀਵਿਜੂਅਲ ਪਰਸਨ ਇਸ ਜਗ੍ਹਾ ਵਿੱਚ ਬੈਠਾ ਹੈ ਜਿਹਦੇ ਕਰਕੇ ਇਹਦੇ ਚੋਂ ਇਸ ਬਿਲਡਿੰਗ 'ਚੋਂ ਖੁਸ਼ਬੂ ਆ ਰਹੀ ਹੈ ਥੋੜ੍ਹੀ ਜਿਹੀ। ਨਹੀਂ ਤਾਂ ਇੱਥੇ ਵੀ ਬਦਬੂ ਆਉਂਦੀ ਸੀ, ਇਸ ਤੋਂ ਪਹਿਲਾਂ ਇੱਥੇ ਇੱਕ BK ਉੱਪਰ ਬੈਠਾ ਹੁੰਦਾ ਸੀ, ਮੁਸ਼ਕ ਮਾਰਦਾ ਹੁੰਦਾ, ਇੱਥੇ ਨਹੀਂ ਖੜਿਆ ਜਾਂਦਾ ਹੁੰਦਾ ਸੀ। ਤਾਂ ਇੱਕ ਸੱਜਣ ਇੱਥੇ ਅੰਦਰ ਬੈਠਾ ਹੈ, ਉਹਦੇ ਕਰਕੇ ਆਏ ਆ, ਉਹਦੀ ਗੱਲ ਕਰਕੇ ਆਏ ਕਿ ਮੈਂ ਸਾਨੂੰ ਪਤਾ ਜਿਹੜਾ ਇਹ ਹਮਲਾ ਹੋਇਆ IAS ਵਾਲਾ, ਉਹਦੇ ਵਿੱਚ ਇਹਨੂੰ ਬਦਲਣਗੇ, ਠੀਕ ਹੈ। ਇਹ ਜਿਹੜਾ ਹੈਗਾ, ਅਸੀਂ ਉਸ ਪ੍ਰੋਟੈਸਟ ਵਿੱਚ ਆਏ ਹਾਂ ਵੀ ਜੇ ਇੱਕ ਮਾੜਾ ਮੋਟਾ ਇੱਕ ਵਾਲ ਬਚਦਾ ਕਿਤੇ ਉਹਨੂੰ ਨਾ ਖਤਮ ਹੋ ਜਾਵੇ। ਹਾਲਾਂਕਿ ਸਾਡੀ ਕੋਈ ਏਡੀ ਵੱਡੀ ਗੱਲ ਨਹੀਂ ਕਿ ਅਸੀਂ ਇਹ ਕਵਾਂਗੇ ਤੇ ਨਹੀਂ ਹੋਊਗਾ, ਪਰ ਇਹ ਸਭ ਤੋਂ ਵੱਡਾ ਪੰਗਾ ਜਿਹੜਾ ਇਹਨਾਂ ਨੇ ਇਸ ਰਸਤੇ ਵਿੱਚ ਚੱਲਦਿਆਂ ਲਿਆ। ਫਿਰ ਇਹਨਾਂ ਨੇ ਉਹ ਦਿੱਤੇ ਅੰਦਰ ਪਹਿਲਾਂ ਜਿਹੜੇ ਪੋਲੀਟੀਸ਼ਨ ਮੰਤਰੀ ਉਹ ਠੀਕ ਹੈ, ਉਹ ਤਾਂ ਇਹਨਾਂ ਨੇ ਕੁੱਤੇ ਪਾਲੇ ਹੋਏ ਆ ਬਿਊਰੋਕਰੇਟਾਂ ਨੂੰ, ਉਹਨਾਂ ਦੀ ਕੋਈ ਜ਼ਿਆਦਾ ਵੈਲਿਊ ਨਹੀਂ। ਹੁਣ ਸੇਕ ਇਹਨਾਂ ਦੇ ਆਪਣੇ ਦੇ ਆਇਆ, ਠੀਕ ਹੈ। ਹੁਣ ਇਹਨਾਂ ਦਾ ਇੱਕ ਚੂਚਾ ਬੱਚੀ ਹੈ ਨਾ ਜੇ ਅਜੇ ਪੈਦਾ ਹੋ ਰਹੀ ਹੈ, ਇਹਨੂੰ ਕਰਪਸ਼ਨਾਂ ਤਾਂ ਵੱਡੀਆਂ ਕਰ ਰਹੀਆਂ ਜਾ ਕੇ ਅੱਗੇ, ਠੀਕ ਹੈ। ਉਹਦੇ ਤੇ ਹੁਣ ਸੇਕ ਆਇਆ, ਤੇ ਉਹਨੂੰ ਬਚਾਉਣ ਵਾਸਤੇ ਜਿਹੜੇ ਆਪਣੇ ਪਾਲਤੂ ਜਿਹੜੇ ਪਟੇ ਪਾਏ ਆ PCS ਅਫਸਰਾਂ ਨੇ, ਉਹਦੀ ਡਿਊਟੀ ਲਾਈ ਹੈ, ਠੀਕ ਹੈ। ਵੀ ਤੁਸੀਂ ਵੀ ਰੌਲਾ ਪਾਓ ਕਿਉਂਕਿ IAS ਅਫਸਰ ਵੀ ਫਸਿਆ। ਜੇ ਇਹ IAS ਅਫਸਰ ਤੇ ਨਾ ਹੁੰਦਾ, ਜਿਹੜੇ PCS ਅਫਸਰ ਹੜਤਾਲਾਂ ਕਰਦੇ ਫਿਰਦੇ, ਕੁੱਤੇ ਨੇ ਨਹੀਂ ਪੁੱਛਣੇ ਸੀ ਉਹ, ਠੀਕ ਹੈ। ਉਹ ਇਸ ਕਰਕੇ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਵੀ ਤੁਸੀਂ ਰੌਲਾ ਪਾਓ ਕਿਉਂਕਿ ਜਿਹੜਾ ਹੈਗਾ ਬਾਈ ਨੇਮ ਜਿਹੜੀ ਹੈਗੀ FIR ਇਹਨਾਂ 'ਤੇ ਵੀ ਹੈਗੀ। ਤਾਂ ਸੋ ਪਹਿਲੀ ਗੱਲ ਤਾਂ ਤੁਹਾਡੀ ਦਾ ਜਵਾਬ ਦੇਵਾਂ ਕਿ ਕੋਈ ਸਰਕਾਰ ਜਿਹੜੀ ਹੈਗੀ ਆ ਸਾਰੇ ਫਰੰਟਾਂ 'ਤੇ ਫੇਲ ਹੈ। ਇੱਕ ਮਤਲਬ 100 ਚੋਂ ਇੱਕ ਪੈਸੇ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਕ ਉਹ ਵੀ ਇੰਡੀਵਿਜੂਅਲ ਅਫਸਰ ਦੇ ਕਰਕੇ ਜਿਹੜੀ ਹੈਗੀ ਹੈ। ਇਹ ਪਹਿਲੀ ਵਾਰੀ ਹੋਊਗਾ ਕਿ ਕਿਤੇ ਪੁਲਿਸ ਦੇ ਕਿਸੇ ਅਦਾਰੇ ਦੇ ਸਾਹਮਣੇ ਖੜ੍ਹ ਕੇ ਉਹਦੇ ਬਾਰੇ ਚੰਗਾ ਕਿਹਾ ਜਾਣਾ, ਨਹੀਂ ਤਾਂ ਅਸੀਂ ਮੁਰਦਾਬਾਦ ਕਰਨੇ ਆਉਂਦੇ ਰਹੇ ਦੁਨੀਆ, ਅਸੀਂ ਤਾਂ ਆਪ ਸੁਣਦੇ ਰਹੇ, ਇਸ ਡਿਪਾਰਟਮੈਂਟ ਨਾਲ ਬਿਲੋਂਗ ਕਰਦੇ ਹਾਂ। ਸਾਹਿਬ, ਇਸ ਦੇ ਵਿੱਚ ਅਗਰ ਗੱਲ ਕੀਤੀ ਜਾਵੇ, ਅਗਰ ਜੇ ਉਹ ਕਾਰਵਾਈ ਕਰ ਰਹੇ ਨੇ ਤਾਂ ਪੰਜਾਬ ਸਰਕਾਰ ਨੇ ਖਾਸ ਤੌਰ 'ਤੇ ਹੱਲਾਸ਼ੇਰੀ ਤਾਂ ਦਿੱਤੀ ਹੋਣੀ ਹੈ। ਭਗਵੰਤ ਮਾਨ 'ਤੇ ਵੀ ਜਿਹੜਾ ਕੱਲ੍ਹ ਮੀਟਿੰਗ ਕੀਤੀ ਜਾਂਦੀ ਹੈ, ਉਹਦੇ ਵਿੱਚ ਅਧਿਕਾਰੀ ਪਹੁੰਚਦੇ ਨੇ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਜੋ ਨਿਲਮਾਂ ਨੇ ਉਹ ਚੰਗੇ ਨੇ, ਉਹ ਸਾਫ਼ ਸੁਥਰੇ ਨੇ, ਅਜਿਹਾ ਜਿਹੜਾ ਹੈ। ਤਾਂ ਵਿਜੀਲੈਂਸ ਨੇ ਜਿਹੜੇ FIR ਦਰਜ ਕੀਤੀ ਹੈ, ਉਹਦੇ ਵਿੱਚ ਸਾਰਾ ਕੁਝ ਜਿਹੜਾ ਕਰਪਟ ਦੱਸਿਆ ਗਿਆ।
ਤੁਸੀਂ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਦਾ ਤਾਂ ਫਿਰ ਸਾਥ ਹੋਏਗਾ ਹੀ, ਜਾਂ ਕਿਸੇ ਵੱਡੇ ਹੋਰ ਸ਼ਹਿਰ ਦੀ ਸਾਥ ਹੋਏਗਾ ਨਾਲ? ਦੇਖੋ ਜਿਹੜਾ ਇਸ ਸਰਕਾਰ ਵਾਲੇ ਪੱਖ ਤੋਂ ਵੇਖੀਏ ਤਾਂ ਇਹਨਾਂ ਨੇ ਮਤਲਬ ਜਿਵੇਂ ਤੁਸੀਂ ਮੰਤਰੀਆਂ ਨੂੰ ਪਹਿਲਾਂ ਅੰਦਰ ਹੋਇਆ ਕੰਮ, ਠੀਕ ਹੈ, ਇਹਨਾਂ ਨੂੰ ਪੈਸੇ ਐਕਸਟੋਰਟ ਕਰਨ ਵਾਸਤੇ ਕੀਤਾ ਗਿਆ ਸੀ। ਇਹ ਇੱਕ ਲਿਮਟ ਤੱਕ ਸਟਾਰਟ ਕਰਦੇ, ਉਸ ਤੋਂ ਬਾਅਦ ਨਿਬੇੜ ਲੈਣਾ ਹੁੰਦਾ ਇਹਨਾਂ ਨੇ ਲੈ ਦੇ ਕਰਕੇ, ਤਾਂ ਉਦੋਂ ਫਿਰ ਯੂਜ਼ ਕਰਨਾ ਪੈਂਦਾ ਅਫਸਰਾਂ ਨੂੰ, ਤਾਂ ਅਫਸਰ ਯੂਜ਼ ਹੋ ਕੇ ਕੰਮ ਕਰਦੇ ਆ ਨਾ। ਹੁਣ ਗਾ ਅੱਗੇ ਅਫਸਰ ਦੇ ਸਿਰ ਤੇ ਹੈ, ਅਫਸਰ ਦੇ ਸਿਰ ਤੇ ਤਾਂ ਇਹੀ ਹੈ ਜੀ, ਕੰਟੀਨਿਊ ਕਰੂਗਾ ਤਾਂ ਉਹਦਾ ਕੰਮ ਕਰ ਹੀ ਰਿਹਾ। ਗੱਲ ਉੱਥੇ ਫਿਰ ਆ ਜਾਂਦੀ ਘੁੰਮ ਕੇ, ਸਰਕਾਰਾਂ ਜਿਹੜੀਆਂ ਹੁੰਦੀਆਂ ਕਿ ਇਸ ਇਹ ਇਵੇਂ ਨਹੀਂ ਚਾਹੁੰਦੀਆਂ ਹੁੰਦੀਆਂ, ਇਹਨਾਂ ਦੇ ਮੋਟਿਵ ਹੋਰ ਹੁੰਦੇ ਆ। ਇਹਨਾਂ ਨੇ ਤਾਂ ਉਹਨਾਂ ਨੂੰ ਨਿਚੋੜਨਾ ਹੁੰਦਾ, ਜਦੋਂ ਨੁਚੜ ਰਹੇ ਆ, ਰਾਜੀਨਾਮੇ ਹੋ ਗਏ ਆ, ਪੈਸਾ ਪਹੁੰਚ ਗਿਆ, ਫਿਰ ਹੁਕਮ ਹੋ ਜਾਂਦੇ ਵੀ ਹੁਣ ਬਸ ਕਰੋ, ਉਦੋਂ ਫਿਰ ਦਿੱਕਤ ਖੜੀ ਹੁੰਦੀ ਹੈ। ਉਦੋਂ ਫਿਰ ਇਹੋ ਜਿਹੇ ਅਫਸਰ ਜਿਹੜੇ ਹੈਗੇ ਉਹਨਾਂ ਵਾਸਤੇ ਕੰਮ ਕਰਨਾ ਔਖਾ ਹੋ ਜਾਂਦਾ। ਤਾਂ ਮੈਂ ਕਹਿੰਦਾ ਕਿ ਮੈਨੂੰ ਬਹੁਤ ਸ਼ੱਕ ਹੈ ਕਿ ਲੰਬਾ ਸਮਾਂ ਤੱਕ ਇਸ ਅਫਸਰ ਨੂੰ ਇਸ ਸੀਟ ਤੇ ਕੰਮ ਕਰਨ ਦਿੱਤਾ ਜਾਊਗਾ ਜਾਂ ਨਹੀਂ ਦਿੱਤਾ ਜਾਊਗਾ। ਜਿਹਦੀ ਤਾਜ਼ੀ ਮਿਸਾਲ ਹਰਪ੍ਰੀਤ ਸਿੰਘ ਸਿੱਧੂ ਹੈ, ਜਿਹਨੂੰ ਸਟੇਟ ਦਾ DGP ਲਾਇਆ ਹੁੰਦਾ ਤਾਂ ਅੱਜ ਡਰੱਗ ਦੇ ਮਾਮਲੇ 'ਚ ਬਹੁਤ ਕੁਝ ਠੀਕ ਹੋਣਾ ਸੀ। ਮੈਂ ਕਹਿੰਦਾ ਸਭ ਕੁਝ ਠੀਕ ਹੋ ਸਕਦਾ ਸੀਗਾ, ਪਰ ਕਿਉਂਕਿ ਡਰੱਗ ਦੇ ਵਪਾਰੀਆਂ ਦੀ ਚੇਨ ਦਾ ਇੱਕ ਪਾਰਟ ਜਿਹੜਾ ਹੈਗਾ ਉਹ ਅੱਜ ਫਿਰ ਤੁਹਾਡਾ DGP ਲੱਗਿਆ। ਤੁਹਾਡੇ ਪਹਿਲੇ DGP ਇਹ ਕੰਮ ਕਰਦੇ ਰਹੇ ਹੈ, ਤੁਹਾਡੇ ਹੁਣ ਵਾਲਾ ਸ਼ੈਲਟਰ ਦੇ ਰਿਹਾ, ਡਰੱਗ ਕਿੱਥੋਂ ਖਤਮ ਹੋਣੀ ਹੈ? ਜੇਲ੍ਹ ਡਿਪਾਰਟਮੈਂਟ ਹੁਣ ਭਗਵੰਤ ਮਾਨ ਨੇ ਆਪਣੇ ਕੋਲ ਰੱਖਿਆ, ਠੀਕ ਹੈ, ਦੇਖ ਲੈਂਦੇ ਕੀ ਕਰਦਾ ਇਹ। ਕੁਮਰ ਵਿਜੇ ਪ੍ਰਤਾਪ ਬਾਰੇ ਮੈਂ ਅੱਗੇ ਵੀ ਕਈ ਗੱਲਾਂ ਕਿਹਾ ਵੀ ਉਹਨੂੰ ਕਹਿ ਚੈੱਕ ਕਰਕੇ ਦੇਖ ਲਵੇ, ਮੰਤਰੀ ਨਾ ਬਣਾਵੇ, ਜੇਲ੍ਹ ਡਿਪਾਰਟਮੈਂਟ ਨਾਲ ਅਟੈਚ ਕਰ ਲਵੇ, ਨਾਲੇ ਤਾਂ ਉਹਦਾ ਪਤਾ ਲੱਗ ਜੂਗਾ ਉਹਦੇ ਪੱਲੇ ਕੁਝ ਹੈ ਕਿ ਨਹੀਂ। ਹਾਲਾਂਕਿ 100% ਫੇਲਰ ਹੋਊਗੀ। ਜੋ ਕੁਮਰ ਵਿਜੇ ਪ੍ਰਤਾਪ ਦਾ ਪਿਛਲੇ 9 ਮਹੀਨਿਆਂ ਦਾ ਟਰੈਕ ਰਿਕਾਰਡ ਇੱਧਰ ਹੈਗਾ ਡਿਪਾਰਟਮੈਂਟ ਦਾ, ਠੀਕ ਹੈ, ਇਹਦੇ ਐਜ ਏ ਪੋਲੀਟੀਸ਼ੀਅਨ ਉਹ ਫੇਲ ਹੈਗਾ, ਠੀਕ ਹੈ। ਉਹਨੂੰ ਬਿਲਕੁਲ IG ਸੀਗਾ, ਉਹਨੇ DGP ਬਣਨਾ ਸੀ, ਐਡੀ ਵੱਡੀ ਚੀਜ਼ ਛੱਡ ਕੇ ਜਾ ਕੇ ਤੇ ਅੱਜ 9 ਮਹੀਨਿਆਂ ਦਾ ਕਿਹਦੀ ਮਤਲਬ ਉਹ ਗੁਲਾਮੀ ਕਰ ਰਿਹਾ? ਕੇਜਰੀਵਾਲ ਦੀ। ਤੇ ਇਹਨਾਂ ਦਾ ਫਿਰ ਡਿਪਾਰਟਮੈਂਟ ਮਾੜਾ ਸੀ, DGP ਬਣ ਜਾਂਦਾ ਸੀ ਇਹਦੇ 'ਚ। ਸੋ ਮੈਨੂੰ ਉੱਥੋਂ ਲੱਗਦਾ ਕਿ ਜਿੰਨੇ ਕੁ ਅਕਲ ਦਾ ਉਹ ਮਾਲਕ ਹੈ ਉਹ ਵੀ ਫੇਲ ਹੋਊਗਾ ਇਹਦੇ 'ਚ, ਪਰ ਫਿਰ ਵੀ ਚੈੱਕ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਬੜਾ ਭੁਲੇਖਾ ਹੈ ਪੰਜਾਬ ਦਿਆਂ ਨੂੰ ਕਿ ਉਹ ਕੁਮਰ ਵਿਜੇ ਪ੍ਰਤਾਪ ਪਤਾ ਨਹੀਂ ਕੀ ਕਰ ਦਊਗਾ ਸਾਡੀ ਸਟੇਟ ਦਾ। ਤਾਂ ਮੈਂ ਸਲਾਹ ਦਿੰਦਾ ਭਗਵੰਤ ਮਾਨ ਨੂੰ ਕਿ ਅਸੀਂ ਹੋਰ ਦੱਸ ਦਿੰਦਾ ਉਹਨੂੰ, ਫਿਰ ਅਗਲਾ ਵਪਾਰੀ ਇਹਨੂੰ ਸਿੱਧਾ ਦੱਸਾਂਗੇ। ਪਹਿਲਾਂ ਤਾਂ ਇਹਦਾ ਹਰਜੋਤ ਬੈਂਸ ਰੱਖਿਆ ਸੀ ਇਹਨੇ, ਤੇ ਹੁਣ ਜੇ ਰੇਲ ਡਿਪਾਰਟਮੈਂਟ ਇਹਦੇ ਕੋਲੇ ਤੇ ਡਰੱਗ ਵਿਕੂਗੀ ਤਾਂ ਫਿਰ ਇਹ ਖੁਦ ਵਪਾਰੀ ਹੋ ਗਿਆ ਨਾ। ਤੇ ਜੇ ਵਪਾਰੀ ਬਣਨ ਤੋਂ ਬਚਣਾ ਇਹਨੇ ਤਾਂ ਕੁਮਰ ਵਿਜੇ ਪ੍ਰਤਾਪ ਨੂੰ ਚੈੱਕ ਕਰ ਲਵੇ ਤਾਂ ਕੋਈ ਜਿਹੜੇ ਹੈਗੀ ਅਗਲੀ ਗਾਜ ਜਿਹੜੀ ਹੈਗੀ ਕਿਸੇ ਹੋਰ ਪਾਸੇ ਜਾਵੜੇ, ਜਾਂ ਇਹਨੂੰ ਠੀਕ ਕਰ ਲੈਣ। ਠੀਕ ਕਰਨ ਵਾਸਤੇ ਕੋਈ ਦਿੱਕਤ ਨਹੀਂ, ਠੀਕ ਹੈ, ਬੁਲਾਉਣ ਇੱਥੇ ਹਰਪ੍ਰੀਤ ਸਿੰਘ ਸਿੱਧੂ ਨੂੰ ਵਾਪਸ ਲਾਉਣ, DGP ਲਾਉਣ, ਮਗਰੋਂ ਆ ਜਿਹੜਾ ਜੋ ਬਾਕੀ ਗੰਦ ਇਕੱਠਾ ਕੀਤਾ ਹੋਇਆ, ਤੇ ਬਿਲਕੁਲ ਸਾਰੀ ਸਟੇਟ ਵਧੀਆ ਹੋ ਸਕਦੀ ਹੈ। 2-3 ਅਫਸਰ ਹੀ ਜਿਹੜੇ ਹੈਗੇ ਆ ਚੱਜ ਦੇ ਅੱਗੇ ਹੁਣ ਸਭ ਕੁਝ ਠੀਕ ਹੋ ਸਕਦਾ। ਤੁਸੀਂ ਵੀ ਰਹਿੰਦੇ ਹੋ, ਸਰਕਾਰ ਦੇ ਵਿੱਚ ਕੰਮ ਕਰਦੇ ਹੋ DSP ਦੇ ਤੌਰ ਤੇ, ਤਾਂ ਕੀ ਲੱਗਦਾ ਪਹਿਲਾਂ ਅਜਿਹੀਆਂ ਗੱਲਾਂ ਕਿਉਂ ਨਹੀਂ ਹੋਈਆਂ? ਪਹਿਲਾਂ ਅਜਿਹਾ ਕਿਉਂ ਨਹੀਂ? ਕਿਉਂਕਿ ਅਕਸਰ ਹੁੰਦਾ ਹੈ ਕਿ ਪੁਰਾਣੀ ਚੀਜ਼ ਨੂੰ ਨਾ ਖੰਗਾਲਿਆ ਜਾਵੇ, ਪੁਰਾਣੀ ਛਵੀ ਨੂੰ ਨਾ ਦੇਖਿਆ ਜਾਵੇ, ਜਿਹੜਾ ਹੁਣ ਹੈ ਉਸ ਨੂੰ ਦੇਖਿਆ ਜਾਣਾ ਚਾਹੀਦਾ, ਜੋ ਪ੍ਰੈਜ਼ੈਂਟ ਹੈ। ਤਾਂ ਲੋਕ ਤਾਂ ਇਹ ਵੀ ਕਹਿਣਗੇ ਵੀ ਮਤਲਬ ਪਹਿਲਾਂ ਕਿਉਂ ਨਹੀਂ ਜਿਹੜੇ ਮਗਰਮੱਛ ਫੜੇ ਗਏ, ਜਿਹੜੇ ਹੁਣ ਆ ਕੇ ਪਰੇਸ਼ਾਨ ਕਰ ਰਹੇ ਨੇ? ਇਹ ਤਾਂ ਇਹ ਕਹਿ ਦਿੰਦੇ ਆ ਵੀ ਮਤਲਬ ਪਹਿਲਾਂ ਦੀਆਂ ਸਰਕਾਰਾਂ ਨੇ, ਪਹਿਲਾਂ ਵਾਲੇ ਅਫਸਰਾਂ ਨੇ ਇਹ ਸਾਰਾ ਕੱਟ ਕੀਤਾ ਹੋਇਆ, ਹੁਣ ਸਾਨੂੰ ਭੁਗਤਣਾ ਪੈ ਰਿਹਾ। ਇਹੀ ਸਰਕਾਰ ਚ ਓਪੋਜੀਸ਼ਨ ਬੈਠ ਕੇ ਰੌਲਾ ਪਾਉਂਦੀ ਰਹੀ ਪਿੱਛੇ, ਇਹਨੂੰ ਯਾਦ ਨਹੀਂ ਕੀ ਕਰਦੇ ਰਹੇ ਪਿਛਲੇ 5 ਸਾਲਾਂ 'ਚ? ਇਹ ਤਰਨਤਾਰਨ 'ਚ ਮੌਤਾਂ ਹੋਈਆਂ ਸੀਗੀਆਂ, ਹਰਪਾਲ ਚੀਮਾ ਸੀਗਾ ਲੀਡਰ ਆਪੋਜੀਸ਼ਨ ਦਾ, ਅੰਨੇ ਹੁਣ ਨਹੀਂ ਦੱਸਦਾ ਇਹਨੂੰ, ਤੇ ਫਿਰ ਕਿਵੇਂ ਇਹਨਾਂ ਨੂੰ ਪੁੱਛਿਆ ਜਾਵੇ? ਪਿਛਲੀਆਂ ਜਿਹੜੀਆਂ ਦੇ ਵਿੱਚ ਜਿਹੜਾ ਪਾਰਟ ਸੀ ਤੁਹਾਡਾ ਆਇਆ ਸੀ ਆਪੋਜੀਸ਼ਨ, ਤੁਸੀਂ ਉਹ ਜਿਹੜੀਆਂ ਗੱਲਾਂ ਕਰਦੇ ਰਹੇ ਅੱਜ ਤੁਸੀਂ ਸਰਕਾਰ ਨੂੰ ਕਰ ਲਓ ਪੂਰੀਆਂ। ਸੋ ਮੈਂ ਤਾਂ ਮੇਰੇ ਪਾਰਟ ਤੁਸੀਂ ਗੱਲ ਕਰੋ, ਮੈਂ ਤਾਂ 5 ਸਾਲ ਪਹਿਲਾਂ ਤੋਂ ਬੋਲਦਾ ਤੇ ਹੁਣ ਮੈਂ ਇਹਦਾ ਪਾਰਟ ਨਹੀਂ ਹੈਗਾ, ਠੀਕ ਹੈ, ਤੇ ਮੈਂ ਵਿੱਚ ਰਹਿ ਕੇ ਵੀ ਬੋਲਿਆ, ਮੈਂ ਹੁਣ ਵੀ ਬੋਲਿਆ। ਇਸ ਤਰ੍ਹਾਂ ਦੇ ਲੋਕਾਂ ਦੀ ਉਮੀਦ ਕਰਦੇ ਆ ਹੋਰ ਪੈਦਾ ਹੋਣ, ਤਾਂ ਕਿ ਲੋਕਾਂ ਨੇ ਜਿਹੜੀ ਅੰਦਰਲੇ ਬੰਦੇ ਬੈਠੇ ਆ ਬਾਹਰਲੀਆਂ ਗੱਲਾਂ ਜਿਹੜੀਆਂ ਅੰਦਰੀਆਂ ਚੰਗੀ ਤਰੀਕੇ ਨਾਲ ਬਾਹਰ ਲਿਆ ਸਕਦੇ ਆ। ਉਹ ਕੋਈ ਹਿੰਮਤ ਨਹੀਂ ਕਰਦਾ, ਅਲੱਗ ਚੀਜ਼ ਹੈ, ਪਰ ਤੁਸੀਂ ਗੱਲ ਕਰ ਰਹੇ ਹੋ ਪਹਿਲਾਂ ਵਾਲੀ ਗੱਲ ਜੇ ਚੱਕਾਂਗੇ ਤਾਂ ਹੀ ਅੱਗੇ ਚੱਲੂ ਨਾ। ਪਿੱਛੋਂ ਹੀ ਸਿਸਟਮ ਸ਼ੁਰੂ ਹੋਇਆ ਹੋਇਆ 2006 ਤੋਂ ਕੰਮ ਸ਼ੁਰੂ ਹੋਇਆ। ਗਲਤੀ ਮੰਨਦੇ ਹੋ ਵੀ ਪਹਿਲਾਂ ਸਟਾਰਟ ਹੋ ਗਿਆ, ਪਹਿਲਾਂ ਜ਼ਿਆਦਾ ਜ਼ੋਰ ਪਾਉਣਾ ਚਾਹੀਦਾ? ਮੈਂ ਤਾਂ ਬੜੀ ਵਾਰੀ ਮੈਂ ਤਾਂ ਉਹ ਗਲਤੀਆਂ ਮੰਨਦਾ ਜਿਹੜੀਆਂ ਅਸੀਂ ਕੀਤੀਆਂ ਹੀ ਨਹੀਂ ਹੈਗੀਆਂ। ਮੈਂ ਕਿੱਡਾ ਕੁ ਪਾਰਟ ਸੀ ਇਸ ਸਿਸਟਮ ਦਾ, ਇੱਕ SHO, ਇੱਕ DSP ਕਿੱਡਾ ਹੁੰਦਾ, ਇੱਕ ਵਾਲ ਭਰਦਾ ਵੀ ਨਹੀਂ ਹੁੰਦਾ। ਅਸੀਂ ਫਿਰ ਗੁਨਾਹ ਮੰਨਦੇ ਹਾਂ ਕਿਉਂਕਿ ਸਾਡੇ ਸਾਹਮਣੇ ਗੁਨਾਹ ਤਾਂ ਹੋਇਆ, ਅਸੀਂ ਚੁੱਪ ਤਾਂ ਰਹੇ ਹਾਂ। ਜਿਨ੍ਹਾਂ ਪਿੱਛੇ ਨੂੰ ਕਹਿੰਦੇ ਆ ਇਹ ਵੀ ਮੰਨ ਲੈਣ, ਜੇ ਪੰਜਾਬ ਬਰਬਾਦ ਹੋਇਆ ਸਾਡੇ ਸਾਹਮਣੇ ਹੋਇਆ ਤੇ ਅਸੀਂ ਚੁੱਪ ਤਾਂ ਰਹੇ ਹਾਂ। ਉਹਦੇ 'ਚ ਸਾਡਾ ਬੁੱਧੀਜੀਵੀ ਜਿਹੜਾ ਹੈਗਾ, ਸਾਡਾ ਹੋਰ ਸੀਨੀਅਰ ਬੰਦਾ, ਹਰ ਕੋਈ ਜ਼ਿੰਮੇਵਾਰ ਹੈਗਾ। ਵਰਦੀਆਂ ਪਾਈਆਂ ਦੀ ਜ਼ਿੰਮੇਵਾਰੀ ਵੱਧ ਹੈ, ਹੋਰ ਕੋਈ ਡਿਊਟੀ ਕਰ ਰਿਹਾ ਉਹਦੀ ਜ਼ਿੰਮੇਵਾਰੀ ਵੱਧ ਹੈ, ਅਦਰਵਾਈਜ਼ ਤਾਂ ਜ਼ਿੰਮੇਵਾਰ ਸਾਰੇ ਹੀ ਹੈ ਨਾ। ਇਸ ਕਰਕੇ ਇਹ ਚੀਜ਼ਾਂ ਫਰੋਲਣੀਆਂ ਪੈਣਗੀਆਂ। ਪੁਰਾਣੇ ਬੰਦਿਆਂ ਨੂੰ ਆਪਣੀ ਜ਼ਿੰਮੇਵਾਰੀ ਮੰਨਣੀ ਪਊਗੀ। ਕੋਈ ਕਿਉਂ ਮਨਾਵੇ? ਤੁਹਾਡੇ ਸਾਹਮਣੇ ਲਾਸ਼ ਪਈ ਹੈ, ਠੀਕ ਹੈ, ਤੇ ਤੁਸੀਂ ਕਤਲ ਕਿਸੇ ਨੂੰ ਲੋਕਾਂ ਨੂੰ ਲੱਭਣ ਜਾਵਾਂਗੇ ਵੀ ਹਾਂ ਉਹ ਫਲਾਣੇ ਨੇ ਕੀਤਾ, ਮਾਰਿਆ ਤੁਸੀਂ ਆਪ ਹੋਵੇ। ਪੰਜਾਬ ਦੀ ਲਾਸ਼ ਦੇ ਉੱਤੇ ਅਸੀਂ ਬੈਠੇ ਹਾਂ, ਅਸੀਂ ਮਰਦਾਰਾਂ ਹੈਗੀਆਂ, ਅਸੀਂ ਆਪ ਗਰਜਾਂ ਦੇ ਤੌਰ ਤੇ ਇਹਨੂੰ ਖਾਧਾ ਹੁਣ ਤੱਕ, ਤੇ ਅੱਜ ਅਸੀਂ ਲੱਭਣ ਜਾਈਏ ਕਿਸੇ ਹੋਰਲੀ ਸਟੇਟਾਂ ਵਿੱਚੋਂ ਵੀ ਹਾਂ ਦੋਸ਼ੀ ਕੋਈ ਹੋਰ ਹੈਗੇ। ਇਹ ਗੱਲ ਜਿਹੜੀ ਹੈਗੀ ਪੰਜਾਬ ਦੇ ਲੋਕਾਂ ਨੂੰ ਜਾ ਕੇ ਜਾਗਣੀ, ਇਹਦੇ ਵੱਲ ਧਿਆਨ ਦੇਣਾ ਪਊਗਾ। ਇੱਥੇ ਹੀ ਲੋਕ ਜ਼ਿੰਮੇਵਾਰ ਬੈਠੇ ਆ। ਪਹਿਲਾਂ ਪ੍ਰੈਜ਼ੈਂਟਲੀ ਜਿਹੜੀ ਗੱਲ ਹੈਗੀ ਅੱਜ ਨੂੰ ਫੜਾਂਗੇ ਤੇ ਪਿੱਛੇ ਨੂੰ ਤੁਰਾਂਗੇ, ਫਿਰ ਸਭ ਕੁਝ ਖਤਮ ਹੋਊਗਾ। ਅੱਜ ਜਿਹੜਾ ਹੈਗਾ ਕਾਰਵਾਈ ਕਰਨ ਵਾਸਤੇ ਜਿਹੜੀ ਹੈ ਇਹ ਸਰਕਾਰ ਜ਼ਿੰਮੇਵਾਰ ਹੈ। ਇਸ ਕਰਕੇ ਇਹਨਾਂ ਨੇ 9 ਮਹੀਨਿਆਂ ਦੇ ਵਿੱਚ ਜਿਹੜਾ ਹੁਣ ਤੱਕ ਇਹਦੇ ਹਰ ਪਾਰਟ ਤੋਂ ਫੇਲਰ ਰਹੇ ਹੈ। ਇੱਕ ਪਾਰਟ ਜਿਹੜਾ ਹੈਗਾ ਇਹਦੇ ਬਾਰੇ ਵੀ ਖਦਸ਼ਾ ਹੈ। ਅਸੀਂ ਕੋਈ ਤਾਰੀਫ 'ਚ ਨਹੀਂ ਆਏ ਕਿਸੇ ਦੀ, ਅਸੀਂ ਇਸ ਕਰਕੇ ਆਏ ਹਾਂ ਕਿ ਇਹ ਚੀਜ਼ ਵੀ ਖਤਮ ਨਾ ਹੋ ਜਾਵੇ। ਇੱਕ ਮੈਸੇਜ ਚਲਾ ਜਾਵੇ ਸਰਕਾਰ ਨੂੰ ਵੀ ਇਹੋ ਜਿਹੇ ਅਫਸਰ ਵੀ ਤੁਸੀਂ ਗਵਾ ਲਓਗੇ ਤੇ ਫਿਰ ਇੱਥੇ ਜਿਹੜਾ ਬਿਲਕੁਲ ਜਿਹੜਾ ਇੱਕ ਦੀਵਾ ਜਿਹੜਾ ਜਗਦਾ ਉਹ ਵੀ ਬੁੱਝੂਗਾ। ਕਿਰਪਾ ਕਰਕੇ ਇਹ ਨਾ ਕਰੋ, ਸਗੋਂ ਇਹੋ ਜਿਹੇ ਅਫਸਰ ਨੂੰ ਸਟਰੋਂਗ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਕੋਈ ਚੰਗਾ ਫਿਊਚਰ ਦਿਖਾਈ ਦੇਵੇ। ਤੁਸੀਂ ਕੀ ਪ੍ਰੋਗਰਾਮ ਲਿਖੋਗੇ? ਕੀ ਲੱਗਦਾ ਜਿਵੇਂ ਹੁਣ ਉਹਨਾਂ ਨੇ ਵੀ IAS ਅਧਿਕਾਰੀਆਂ ਨੇ ਮੀਟਿੰਗ ਕੀਤੀ ਹੈ, ਤੁਸੀਂ ਵੀ ਇੱਥੇ ਹੱਕ ਦੇ ਵਿੱਚ ਆਏ ਵਿਜੀਲੈਂਸ ਦੇ ਜਿਹੜੇ ਮੁਖੀ ਨੇ, ਤਾਂ ਇਸ ਦੇ ਵਿੱਚ ਫਿਰ ਤੁਸੀਂ ਕੀ ਇਸ ਦੇ ਵਿੱਚ ਅਹਿਮ ਭੂਮਿਕਾ ਨਿਭਾਓਗੇ? ਅਸੀਂ ਤਾਂ ਚਿੜੀ ਦੀ ਚੁੰਝ ਹੈ ਜੀ, ਜੰਗਲ ਨੂੰ ਅੱਗ ਲੱਗੀ ਹੋਈ ਹੈ ਤੇ ਸਾਡੀ ਚਿੜੀ ਦੀ ਚੁੰਝ ਹੈ, ਅਸੀਂ ਤਾਂ ਉਹ ਬੂੰਦ ਪਾ ਰਹੇ ਹਾਂ। ਉਹ 'ਚ ਭਾਵੇਂ ਆਪ ਸੜ ਜਾਈਏ, ਭਾਵੇਂ ਜੰਗਲ ਦੀ ਅੱਗ ਨਾ ਬੁਝੇ,
ਅਸੀਂ ਤਾਂ ਇੱਕ ਆਪਣਾ ਪਾਰਟ ਜਿਹੜਾ ਅਦਾ ਕਰ ਰਹੇ ਹਾਂ। ਨਹੀਂ ਤਾਂ ਜੇ ਸਾਡੇ ਕੋਲ ਕੋਈ ਪਾਵਰ ਹੋਵੇ, ਜੇ ਸਾਡੇ ਕੋਲ ਕੋਈ ਉਸ ਤਰ੍ਹਾਂ ਦਾ ਸਿਸਟਮ ਹੋਵੇ ਤਾਂ ਫਿਰ ਤਾਂ ਦੱਸੀਏ ਇਹਨਾਂ ਨੂੰ ਕੀ ਹੈਗਾ। ਇਸ ਕਰਕੇ ਜਗਾ ਰਹੇ ਹਾਂ ਲੋਕਾਂ ਨੂੰ। ਲੋਕ ਜਾਗਣਗੇ ਤਾਂ ਪਾਵਰਾਂ ਚੇਂਜ ਹੋਣਗੀਆਂ ਤਾਂ ਲੋਕਲ ਸਿਸਟਮ ਦੇ ਵਿੱਚੋਂ ਵਿਦਆਊਟ ਜਿਹੜੇ ਹੁਣ ਤੱਕ ਦਾ ਮੌਜੂਦਾ ਢਾਂਚਾ ਉਹਦੇ ਤੋਂ ਬਿਨਾਂ ਕੁਝ ਲੋਕ ਪੈਦਾ ਹੋ ਕੇ ਫਿਰ ਸਿਸਟਮ ਨੂੰ ਜਿਹੜਾ ਹੈਗਾ ਠੀਕ ਕਰ ਸਕਦੇ ਆ। ਕੰਮ ਕਰਨ ਵਾਲੇ ਅੰਗਾਂ ਦੀ ਕੋਈ ਦਿੱਕਤ ਨਹੀਂ। ਇਹੀ ਅਫਸਰ ਜਿਹੜੇ ਹੈਗੇ ਆ, ਜੇ ਇੱਕ ਵਰਿੰਦਰ ਕੁਮਾਰ ਠੀਕ ਕੰਮ ਕਰ ਸਕਦਾ ਬਾਕੀ ਨਹੀਂ ਕਰ ਸਕਦੇ। ਚਲੋ ਇਹ ਤਾਂ ਬਾਈ ਨੇਚਰ ਹੈਗਾ, ਬਾਕੀ ਡੰਡੇ ਨਾਲ ਕਰ ਲੈਣਗੇ। ਅਫਸਰ ਦੇ ਉੱਪਰ ਕਾਨੂੰਨ ਹੈ, ਠੀਕ ਹੈ। ਜੇ ਕਾਨੂੰਨ ਸਹੀ ਕੰਮ ਕਰਦਾ ਤੇ ਕਰਾਉਣ ਵਾਲਾ ਠੀਕ ਹੈਗਾ ਤੇ ਕਿਵੇਂ ਨਾ ਕੰਮ ਠੀਕ ਹੋਊਗਾ। ਇਹੀ ਅਫਸਰਸ਼ਾਹੀ, ਇਹੀ ਜੁਡੀਸ਼ਰੀ, ਇਹੀ ਜਿਹੜਾ ਹੈਗਾ ਬਿਊਰੋਕਰੇਟ ਹੈ, ਇਹੀ ਬੰਦੇ ਦੇ ਪੁੱਤ ਬਣ ਕੇ ਕੰਮ ਕਰਨਗੇ ਜਦੋਂ ਕੋਈ ਪੋਲੀਟੀਕਲ ਵਿਲ ਵਾਲੇ ਸਟਰੋਂਗ ਲੋਕ ਇਹਨਾਂ ਤੋਂ ਸਹੀ ਕੰਮ ਪੰਜਾਬ ਦੇ ਹੱਕ 'ਚ ਕਰਾਉਣਾ ਚਾਹਣਗੇ। ਜੀ ਬਹੁਤ ਸ਼ੁਕਰੀਆ। ਸੇਖੋ ਸਾਹਿਬ ਸਾਡੇ ਨਾਲ ਸੀ। ਤਾਂ ਇਹਨਾਂ ਨੇ ਸਾਫ਼ ਤੌਰ ਤੇ ਪੰਜਾਬ ਸਰਕਾਰ ਤੇ ਵੀ ਸਵਾਲ ਚੁੱਕੇ ਨੇ ਤੇ ਇਹਨਾਂ ਨੇ ਕਿਹਾ ਅਸੀਂ ਸਰਕਾਰ ਦੀ ਤਾਰੀਫ ਨਹੀਂ ਕਰਨ ਆਏ, ਇੱਕ ਜਿਹੜਾ ਕੰਮ ਹੈ ਜੋ ਉਸ ਦੀ ਤਾਰੀਫ ਕਰਨ ਆਏ ਆ, ਜੋ ਵੀ ਉਸ ਦੇ ਜੋ ਵਿਜੀਲੈਂਸ ਦੇ ਵਿੱਚ ਬੈਠੇ ਹੋਏ ਨੇ, ਜੋ ਕੰਮ ਕਰਵਾ ਰਹੇ ਨੇ, ਜਿਸ ਨੇ ਇਨਕੁਆਇਰੀਆਂ ਖੁਲਾਈਆਂ ਨੇ, ਉਸ ਦੀ ਤਾਰੀਫ ਕਰ ਰਹੇ ਆ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੋ ਦੀਵਾ ਹੈ, ਜੋ ਚਿਰਾਗ ਹੈ, ਸਾਡੇ ਤੋਂ ਚਲਾ ਨਾ ਜਾਵੇ, ਕਿਉਂਕਿ ਇਹਨਾਂ ਤੇ ਵੀ ਦਬਾਅ ਬਣ ਸਕਦਾ, ਕਿਉਂਕਿ ਇੰਨੀਆਂ ਵੱਡੀਆਂ ਇਨਕੁਆਇਰੀਆਂ ਖੁਲਾਉਣੀਆਂ, IAS ਅਧਿਕਾਰੀ, PCS ਅਧਿਕਾਰੀਆਂ ਦੀਆਂ ਇਨਕੁਆਇਰੀਆਂ ਖੁਲਾਉਣੀਆਂ, ਉਹਨਾਂ ਦੇ ਉੱਤੇ ਵਿਜੀਲੈਂਸ ਦੇ ਜਿਹੜੇ ਜਾ ਕੇ ਜਿਹੜੇ ਪਰਚੇ ਕਰਨੇ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੋਏਗੀ। ਸੇਖੋ ਸਾਹਿਬ ਨੇ ਜਿਹੜੀਆਂ ਪੂਰੀਆਂ ਗਲਤੀਆਂ ਵੀ ਮੰਨੀਆਂ ਨੇ ਕਿ ਜੋ ਪਹਿਲਾਂ ਸਾਡੇ ਵਰਦੀ ਪਾ ਕੇ ਸਾਡੇ ਤੋਂ ਗਲਤੀਆਂ ਹੋਈਆਂ ਨੇ ਉਹ ਵੀ ਮੰਨਦੇ ਆ, ਤਾਂ ਹੁਣ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਆਵਾਜ਼ ਚੱਕਣ ਦੀ ਕੋਸ਼ਿਸ਼ ਕਰ ਰਹੇ ਆ। ਸਾਡੇ ਵਰਗੇ ਹੋਰ ਵੀ ਜਿਹੜੇ ਪੁਲਿਸ ਅਧਿਕਾਰੀ ਕਿਤੇ ਵੀ ਕੋਈ ਅਧਿਕਾਰੀ ਨੇ ਅੱਗੇ ਆਉਣ, ਆਵਾਜ਼ ਚੁੱਕਣ, ਤਾਂ ਪੰਜਾਬ ਬਚ ਸਕਦਾ। ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ। ਧੰਨਵਾਦ।